ਸਵਾਲ ਇਹੀ ਹੈ, ਹਰੇਕ ਦੇ ਜ਼ਿਹਨ ਵਿੱਚ ਇਹੀ ਉੱਠਦਾ ਹੈ ਕਿ ਕੁੜੀਆਂ ਆਖਰਕਾਰ ਨਸ਼ਾ ਕਿਉਂ ਕਰਦੀਆਂ। ਉਹਨਾਂ ਨੂੰ ਲੱਗਦਾ ਹੈ ਮੈਂ ਪੂਰਨ ਆਜ਼ਾਦੀ ਲਈ ਸਿਰਫ ਉਦੋਂ ਹੀ ਤਿਆਰ ਹੋਵਾਂਗੀ ਜਦੋਂ ਮੈਂ ਆਪਣੇ ਨਾਲ ਦੇ ਯਾਨੀ ਕਿਸੇ ਮਰਦ ਦੇ ਬਰਾਬਰ ਦਾ ਉਹੀ ਕੁਝ ਕਰ ਸਕਾਂ। ਵਸਤਰਾਂ ਨੂੰ ਘਟਾਉਣਾ ਜਾਂ ਲਾਹਣਾ, ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸਿਰਾਂ ਤੋਂ ਚੁੰਨੀ ਤਿਲਕੀ ਤਾਂ ਹੁਣ ਮੇਰੀ ਆਜ਼ਾਦੀ ਇਹੋ ਹੋਏਗੀ ਕਿ ਮੈਂ ਕੁਝ ਕੱਪੜੇ ਘਟਾ ਲਵਾਂ। ਸਿਰਫ ਮੁੰਡਿਆਂ ਦੀ ਬਰਾਬਰੀ ਕਰਦਿਆਂ ਜਾਂ ਆਪਣੇ ਆਪ ਨੂੰ ਅਗਾਂਹ ਵਧੂ ਅਖਵਾਉਣ ਲਈ ਇਸ ਵੇਲੇ ਵੱਡੀ ਗਿਣਤੀ ਵਿੱਚ ਨਸ਼ਾ ਲੈਣਾ ਸ਼ੁਰੂ ਕਰ ਚੁੱਕੀਆਂ ਨੇ। ਇੱਕ ਫੋਨ ਕਾਲ ਨਾਲ ਜਾਂ ਮਿਸਡ ਕਾਲ ਨਾਲ ਵੀ ਉੱਥੇ ਨਸ਼ਾ ਪਹੁੰਚਾ ਦਿੱਤਾ ਜਾਂਦਾ ਹੈ। ਤਾਂ ਬਹੁਤ ਸਾਰੀਆਂ ਵੱਡੀ ਗਿਣਤੀ ਬੱਚੀਆਂ ਮੈਂ ਦੱਸ ਰਹੀ ਹਾਂ ਜਿਹੜੀਆਂ ਡਰੱਗ ਅਡਿਕਟਸ ਨੇ, ਮਜਬੂਰਨ ਜਿਹੜੇ ਡਰੱਗਸ ਵੇਚਦੇ ਨੇ ਉਹੀ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਉਹਦੇ ਬਾਅਦ ਹੀ ਨਸ਼ੇ ਦੀ ਪੁੜੀ ਮਿਲਦੀ ਜੇ। ਬੇਅੰਤ ਕੁੜੀਆਂ ਨੇ ਜਿਹੜਾ ਨਸ਼ੇ ਕਰਦੀਆਂ ਨੇ, ਸ਼ਰਾਬਾਂ ਪੀਂਦੀਆਂ ਨੇ, ਸਿਗਰਟਾਂ ਪੀਂਦੀਆਂ ਨੇ। ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਵਿਕਸਿਤ ਮੁਲਕਾਂ ਦੇ ਬਰਾਬਰ ਜਾਣ ਲਈ ਇਹ ਸਭ ਕੁਝ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ। ਅੱਜ ਅਸੀਂ ਜਿਸ ਮਸਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ, ਪੰਜਾਬ ਦੀਆਂ ਧੀਆਂ ਦੇ ਨਾਲ, ਕੁੜੀਆਂ ਦੇ ਨਾਲ ਜੁੜਿਆ ਮਸਲਾ ਹੈ ਜੋ ਅੱਜ ਕੱਲ੍ਹ ਨਸ਼ੇ ਦਾ ਸੇਵਨ ਕਰ ਰਹੀਆਂ ਨੇ। ਬਹੁਤੀਆਂ ਤਾਂ ਨਹੀਂ, ਪਰ ਅਜਿਹੇ ਕੇਸ ਅੱਜ ਕੱਲ੍ਹ ਬਹੁਤ ਸਾਹਮਣੇ ਆ ਰਹੇ ਨੇ, ਭਾਵੇਂ ਉਹ ਕਾਲਜਾਂ ਦੇ ਵਿੱਚ ਹੋਵੇ, ਭਾਵੇਂ ਘਰਾਂ ਦੇ ਵਿੱਚ ਹੋਵੇ। ਨਵੀਆਂ ਵਿਆਹੀਆਂ ਕੁੜੀਆਂ ਜਿਹੜੀਆਂ ਨੇ ਉਹ ਵੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਨੇ। ਪਤਾ ਜਿਹੜਾ ਉਹ ਬਾਅਦ ਵਿੱਚ ਲੱਗਦਾ ਹੈ। ਮਸਲੇ ਤੇ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ, ਜੋ ਸਿਆਸੀ ਅਤੇ ਧਾਰਮਿਕ ਅਤੇ ਹੋਰ ਮਸਲਿਆਂ ਦੇ ਉੱਤੇ ਜਿਹੜੇ ਲੋਕਾਂ ਦੇ ਨਾਲ ਜੁੜੇ ਮਸਲੇ ਨੇ ਉਹਨਾਂ ਉੱਤੇ ਚੰਗੀ ਪਕੜ ਰੱਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰ ਲੈਂਦੇ। ਮੈਮ ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ D5 ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ, ਬਜ਼ੁਰਗਾਂ, ਬੱਚਿਆਂ ਨੂੰ ਬਹੁਤ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਮੈਡਮ। ਸਭ ਤੋਂ ਪਹਿਲਾਂ ਸਵਾਲ ਇਹੀ ਹੈ, ਹਰੇਕ ਦੇ ਜ਼ਿਹਨ ਵਿੱਚ ਇਹੀ ਉੱਠਦਾ ਹੈ ਕਿ ਕੁੜੀਆਂ ਆਖਰਕਾਰ ਨਸ਼ਾ ਕਿਉਂ ਕਰਦੀਆਂ ਨੇ। ਪਹਿਲੀ ਚੀਜ਼ ਤਾਂ ਇਹ ਹੈ ਕਿ ਕੁੜੀਆਂ ਵੀ ਸਮਾਜ ਦਾ ਹਿੱਸਾ ਨੇ ਤੇ ਜਿਸ ਤਰੀਕੇ ਦੀ ਇਸ ਵੇਲੇ ਅਸੀਂ ਹੌਲੀ ਹੌਲੀ ਖੁੱਲ੍ਹ ਦੇ ਰਹੇ ਹਾਂ ਕੁੜੀਆਂ ਨੂੰ, ਜਿਸ ਦੇ ਵਿੱਚ ਮੈਂ ਇੱਕ ਚੀਜ਼ ਤੋਂ ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਸਦੀਆਂ ਤੋਂ ਜਦੋਂ ਕੋਈ ਦੱਬੀ ਜਾਂਦੀ ਜਾਂ ਕੁੱਟੀ ਜਾਂਦੀ ਜਾਂ ਕਿਸੇ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾਵੇ, ਜਦੋਂ ਉਹਨਾਂ ਨੂੰ ਥੋੜ੍ਹੀ ਬਹੁਤ ਵੀ ਆਜ਼ਾਦੀ ਮਿਲੇ ਤਾਂ ਉਹਨਾਂ ਨੂੰ ਲੱਗਦਾ ਹੈ ਮੈਂ ਪੂਰਨ ਆਜ਼ਾਦੀ ਲਈ ਸਿਰਫ ਉਦੋਂ ਹੀ ਤਿਆਰ ਹੋਵਾਂਗੀ ਜਦੋਂ ਮੈਂ ਆਪਣੇ ਨਾਲ ਦੇ ਯਾਨੀ ਕਿਸੇ ਮਰਦ ਦੇ ਬਰਾਬਰ ਦਾ ਉਹੀ ਕੁਝ ਕਰ ਸਕਾਂ। ਤਾਂ ਮੈਂ ਬਰਾਬਰੀ ਮੇਰੀ ਗਿਣੀ ਜਾਣੀ ਚਾਹੀਦੀ। ਉਹਦੇ ਵਿੱਚ ਆਪਣੇ ਵਸਤਰਾਂ ਨੂੰ ਘਟਾਉਣਾ ਜਾਂ ਲਾਹਣਾ, ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸਿਰਾਂ ਤੋਂ ਚੁੰਨੀ ਤਿਲਕੀ ਤਾਂ ਹੁਣ ਮੇਰੀ ਆਜ਼ਾਦੀ ਇਹੋ ਹੋਏਗੀ ਕਿ ਮੈਂ ਕੁਝ ਕੱਪੜੇ ਘਟਾ ਲਵਾਂ। ਬਿਲਕੁਲ ਇਸੇ ਤਰ੍ਹਾਂ ਜਦੋਂ ਉਹਨੂੰ ਦਿਸਦਾ ਜੇ ਕਿ ਮੇਰੇ ਨਾਲ ਦੇ ਮੁੰਡੇ ਮੋਟਰਸਾਈਕਲ ਚਲਾ ਸਕਦੇ ਨੇ, ਮੈਂ ਵੀ ਚਲਾ ਸਕਦੀ ਹਾਂ, ਮੈਂ ਚਲਾਉਣਾ ਚਾਹੁੰਦੀ ਹਾਂ। ਅਤੇ ਜੇ ਮੇਰੇ ਨਾਲ ਦੇ ਮੁੰਡੇ ਨਸ਼ਾ ਕਰ ਸਕਦੇ ਨੇ, ਮੈਂ ਵੀ ਕਰਨਾ। ਉਹ ਸਿਗਰਟ ਪੀਂਦੇ ਨੇ, ਮੈਂ ਵੀ ਪੀਣਾ। ਉਹ ਸ਼ਰਾਬ ਪੀਂਦੇ ਨੇ, ਮੈਂ ਵੀ ਪੀਣੀ ਹੈ। ਯਾਨੀ ਰਾਤ ਨੂੰ ਪਾਰਟੀਜ਼ ਕਰਦੇ ਨੇ ਤਾਂ ਮੈਂ ਵੀ ਨਿਕਲਣਾ। ਉਹ ਬਰਾਬਰੀ ਦੀ ਸੋਚ ਜਾਂ ਪੀਅਰ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਜੇ ਕਿ ਪਿੰਡਾਂ ਦੀਆਂ ਬੱਚੀਆਂ ਵੀ ਇਸ ਵੇਲੇ ਕਈ ਵੀ ਤੂੰ ਤਾਂ ਪੇਂਡੂ ਹੈ ਕਹਿ ਕੇ ਵੀ ਤੂੰ ਤਾਂ ਕਰ ਹੀ ਨਹੀਂ ਸਕਦੀ, ਤੇਰੇ ਤੋਂ ਕੀ ਜਰਿਆ ਜਾਣਾ, ਲੈ ਕੇ ਦੇਖ। ਉਹ ਇਸ ਕਾਰਨ ਕਿ ਤਿਰਸਕਾਰ ਦੀ ਭਾਵਨਾ ਨਾਲ ਖਿੱਚੀਆਂ ਤੁਰੀਆਂ ਜਾਂਦੀਆਂ ਨੇ ਜੋ ਪਹਿਲੀ ਵਾਰ। ਇਹਦੇ ਨਾਲੋਂ ਨਾਲ ਜੋ ਹੁਣ ਸਿਸਟਮ ਸ਼ੁਰੂ ਹੋਇਆ ਕਿ ਹੋਸਟਲਾਂ ਦੇ ਵਿੱਚ ਇੱਕ ਫੋਨ ਕਾਲ ਨਾਲ ਜਾਂ ਮਿਸਡ ਕਾਲ ਨਾਲ ਵੀ ਉੱਥੇ ਨਸ਼ਾ ਪਹੁੰਚਾ ਦਿੱਤਾ ਜਾਂਦਾ ਹੈ। ਸੋ ਉਹ ਕਾਰਨ ਇੱਕ ਵੱਡਾ ਬਣਦਾ ਜਾਂਦਾ ਹੈ ਜਿੱਥੇ ਕੁੜੀਆਂ ਵੀ ਲੇਟ ਨਾਈਟ ਪਾਰਟੀਜ਼ ਦੇ ਵਿੱਚ ਤੇ ਇਸੇ ਤਰੀਕੇ ਉਹ ਸਿਰਫ ਮੁੰਡਿਆਂ ਦੀ ਬਰਾਬਰੀ ਕਰਦਿਆਂ ਜਾਂ ਆਪਣੇ ਆਪ ਨੂੰ ਅਗਾਂਹ ਵਧੂ ਅਖਵਾਉਣ ਲਈ ਇਸ ਵੇਲੇ ਵੱਡੀ ਗਿਣਤੀ ਵਿੱਚ ਨਸ਼ਾ ਲੈਣਾ ਸ਼ੁਰੂ ਕਰ ਚੁੱਕੀਆਂ ਨੇ। ਬਿਲਕੁਲ, ਇਹ ਆਜ਼ਾਦੀ ਜਿਹੜੀ ਹੈ ਉਹੀ ਆਜ਼ਾਦੀ ਜਿਹਨੂੰ ਆਜ਼ਾਦੀ ਕਿਹਾ ਜਾਂਦਾ ਹੈ ਤੇ ਉਹ ਬਰਬਾਦੀ ਤੱਕ ਪਹੁੰਚ ਜਾਂਦੀ ਹੈ, ਉਹੀ ਸਿਵਿਆਂ ਤੱਕ ਪਹੁੰਚਾ ਦਿੰਦੀ ਹੈ। ਤੁਹਾਡੇ ਕੋਲ ਕੇਸ ਵੀ ਇਹੋ ਜਿਹੇ ਬੜੇ ਸਾਹਮਣੇ ਆਉਂਦੇ ਹੋਣੇ ਕਿ ਕਿਵੇਂ ਕੁੜੀਆਂ ਜਿਹੜੀਆਂ ਉਹ ਕਿਵੇਂ ਇਸ ਦਲਦਲ ਵਿੱਚ ਧੱਕੀਆਂ ਜਾਂਦੀਆਂ, ਈਵਨ ਤੱਕ ਕਿ ਉਹਨਾਂ ਨੂੰ ਸੈਕਸੁਅਲੀ ਤੌਰ ਤੇ ਵੀ ਬੜਾ ਹਰਾਸ ਹੋਣਾ ਪੈਂਦਾ ਬਹੁਤ ਜ਼ਿਆਦਾ। ਕਿਉਂਕਿ ਜਦੋਂ ਇੱਕ ਵਾਰ ਆਦਤ ਪੈ ਜਾਂਦੀ, ਜੇ ਨਸਾਂ ਸਾਡੇ ਕੋਲ ਜਦੋਂ ਪਹੁੰਚਦੀਆਂ ਨੇ ਕੋਈ ਲੱਭਦੀਆਂ ਹੀ ਨਹੀਂ, ਇੰਨੀਆਂ ਵਿੰਨੀਆਂ ਪਈਆਂ ਹੁੰਦੀਆਂ ਨੇ, ਤੇ ਫਿਰ ਜਦੋਂ ਕੋਈ ਢੰਗ ਤਰੀਕਾ ਨਾ ਲੱਭੇ ਕਿ ਕਿਸੇ ਪਾਸਿਓਂ ਪੈਸਾ ਨਹੀਂ ਆਉਂਦਾ ਤਾਂ ਬਹੁਤ ਸਾਰੀਆਂ ਵੱਡੀ ਗਿਣਤੀ ਬੱਚੀਆਂ ਮੈਂ ਦੱਸ ਰਹੀ ਹਾਂ ਜਿਹੜੀਆਂ ਡਰੱਗ ਅਡਿਕਟਸ ਨੇ, ਮਜਬੂਰਨ ਜਿਹੜੇ ਡਰੱਗਸ ਵੇਚਦੇ ਨੇ ਉਹੀ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ ਤੇ ਉਹਨਾਂ ਦੀ ਆਪਣੇ ਮੂੰਹੋਂ ਦੱਸਦੀਆਂ ਨੇ ਕਿ ਹਾਂਜੀ ਸਾਨੂੰ ਇੱਕ ਵਾਰ ਨਹੀਂ, 2 ਵਾਰ ਨਹੀਂ,
ਵੀਹ ਕਈ ਵਾਰ 30 ਜਣਿਆਂ ਨੇ ਸਾਡੇ ਨਾਲ ਇਸੇ ਤਰ੍ਹਾਂ ਸਰੀਰਕ ਸਾਡੀ ਸ਼ੋਸ਼ਣ ਕੀਤਾ ਜੇ, ਪਰ ਸਾਡੇ ਕੋਲ ਕੋਈ ਰਾਹ ਹੀ ਨਹੀਂ ਹੁੰਦਾ, ਉਹਦੇ ਬਾਅਦ ਹੀ ਸਾਨੂੰ ਨਸ਼ੇ ਦੀ ਪੁੜੀ ਮਿਲਦੀ ਜੇ। ਸੋ ਇਹ ਸਾਡੇ ਕੋਲ ਤੱਥ ਜੋ ਸਾਹਮਣੇ ਆ ਰਹੇ ਨੇ ਪੰਜਾਬ ਵਾਸਤੇ ਬਹੁਤ ਜ਼ਿਆਦਾ ਖਤਰਨਾਕ ਨੇ। ਕਾਰਨ ਇਹ ਕਿ ਦੁਨੀਆ ਦੇ ਹੋਰ ਹਿੱਸਿਆਂ ਵਿੱਚ, ਭਾਵੇਂ ਅਮਰੀਕਾ ਦੀ ਗੱਲ ਕਰ ਲਈਏ, ਵਿਕਸਿਤ ਮੁਲਕਾਂ ਵਿੱਚ ਜਾਂ ਕੈਨੇਡਾ ਦੀ ਕਰੀਏ ਜਾਂ ਯੂਰਪ ਵਿੱਚ, ਬਹੁਤ ਬੇਅੰਤ ਕੁੜੀਆਂ ਨੇ ਜਿਹੜਾ ਨਸ਼ੇ ਕਰਦੀਆਂ ਨੇ, ਸ਼ਰਾਬਾਂ ਪੀਂਦੀਆਂ ਨੇ, ਸਿਗਰਟਾਂ ਪੀਂਦੀਆਂ ਨੇ। ਲੱਗਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਵਿਕਸਿਤ ਮੁਲਕਾਂ ਦੇ ਬਰਾਬਰ ਜਾਣ ਲਈ ਇਹ ਸਭ ਕੁਝ ਕਰ ਰਹੇ ਹਾਂ। ਕੁੜੀਆਂ ਨੂੰ ਇਦਾਂ ਵੀ ਲੱਗਦਾ ਕਿਤੇ ਨਾ ਕਿਤੇ ਸਟੇਟਸ ਸਿੰਬਲ ਵੀ ਬਣਾ ਕੇ ਬਹਿ ਜਾਂਦੀਆਂ ਨੇ ਕਿ ਸਾਡਾ ਸਟੇਟਸ ਸਿੰਬਲ ਹੋ ਗਿਆ। ਜੇ ਸਿਗਰਟ ਪੀ ਰਹੀਆਂ, ਕਿਸੇ ਵੀ ਅਦਾਰੇ ਦੇ ਵਿੱਚ ਮੈਂ ਵੀ ਦੇਖਿਆ, ਜੇ ਸਿਗਰਟ ਪੀਂਦੀਆਂ ਨੇ, ਸ਼ਰਾਬ ਪੀਂਦੀਆਂ ਨੇ, ਤੇ ਉਹਨਾਂ ਨੂੰ ਇਹ ਲੱਗਦਾ ਸਾਡਾ ਇੱਕ ਸਟੇਟਸ ਸਿੰਬਲ ਬਣ ਗਿਆ ਇੱਕ। ਬਿਲਕੁਲ, ਪਰ ਅਲੱਗ-ਅਲੱਗ ਥਾਵਾਂ ਦਾ ਇੱਕ ਸੱਭਿਆਚਾਰ, ਇੱਕ ਪਛਾਣ ਹੋਇਆ ਕਰਦੀ ਜੇ। ਦਰਅਸਲ ਪੰਜਾਬ ਇੱਕ ਯੋਧਿਆਂ ਦੀ ਤੁਸੀਂ ਧਰਤੀ ਅਸੀਂ ਗਿਣੀ ਜਾ ਸਕਦੀ ਹੈ। ਮਿਸਾਲ ਵਜੋਂ ਮੈਂ ਕਹਾਂ ਕਿ ਫੌਜ ਵਿੱਚ ਜਿੰਨੇ ਵੀ ਬੈਠੇ ਨੇ ਸਾਰੇ ਨਸ਼ੇ ਕਰਕੇ ਬੈਠੇ ਹੋਣ, ਤੁਸੀਂ ਸਮਝ ਸਕਦੇ ਹੋ ਉਸ ਮੁਲਕ ਦਾ ਹਾਲ ਕੀ ਹੋਣਾ ਹੈ। ਬਿਲਕੁਲ ਇਸੇ ਤਰ੍ਹਾਂ ਪੰਜਾਬੀਆਂ ਦੇ ਅੰਦਰ ਜੈਨੇਟਿਕ ਚੇਂਜ ਕੀਤੀ ਗਈ ਸੀ ਤੇ ਉਹ ਸੋਚ ਦੀ ਤਬਦੀਲੀ ਸੀ ਕਿ ਤੁਸੀਂ ਸਿਰ ਵਾਰ ਦੇਣ ਵਾਲੀ ਕੌਮ ਹੋ, ਤੁਸੀਂ ਦੂਜਿਆਂ ਦੇ ਹੱਕਾਂ ਦੀ ਰਾਖੀ ਵਾਸਤੇ ਵੀ ਆਪਣਾ ਆਪ ਵਾਰ ਸਕਦੇ ਹੋ, ਯਾਨੀ ਜਾਨ ਵਾਰਨ ਲਈ ਤਿਆਰ ਇੱਕ ਫੌਜ ਸੀ ਜਿਹੜੀ ਮਨੁੱਖੀ ਹੱਕਾਂ ਦੇ ਘਾਣ ਦੇ ਵਾਸਤੇ ਹਮੇਸ਼ਾ ਹੀ ਆਪਣਾ ਆਪ ਵਾਰਨ ਲਈ ਤਿਆਰ ਸੀ। ਇਸ ਕੌਮ ਦੇ ਵਿੱਚ ਨਸ਼ੇ ਇਸ ਕੌਮ ਨੂੰ ਤਬਾਹ ਕਰਨ ਲਈ ਹੋਣਗੇ, ਤੇ ਸਭ ਤੋਂ ਵੱਡੀ ਮਾਰ ਹੁੰਦੀ ਜੇ ਜਦੋਂ ਅਜਿਹੀ ਕੌਮ ਦੀਆਂ ਬੱਚੀਆਂ, ਔਰਤਾਂ ਇਹਦਾ ਸ਼ਿਕਾਰ ਬਣ ਜਾਣ। ਕਿਉਂਕਿ ਜਿਹੜੀ ਔਰਤ ਨਸ਼ੇ ਕਰਦੀ ਹੋਏਗੀ, ਇਹ ਸਾਬਤ ਹੋ ਚੁੱਕੀਆਂ ਗੱਲਾਂ ਨੇ ਕਿ ਉਹਦੇ ਕੁੱਖੋਂ ਜੰਮੇ ਬੱਚੇ ਬਹੁਤ ਸਾਰੇ ਅਜਿਹੇ ਨੁਕਸ ਲੈ ਜਾਂਦੇ ਨੇ ਜੋ ਜਮਾਂਦਰੂ ਨੁਕਸ ਹੋਣ, ਜਿਨ੍ਹਾਂ ਦੇ ਸਦਕਾ ਉਹਨਾਂ ਦੀ ਮੌਤ ਛੇਤੀ ਹੋ ਸਕਦੀ ਹੈ। ਬੱਚਾ ਜਨਮ ਤੋਂ ਪਹਿਲਾਂ ਪੈਦਾ ਹੋ ਸਕਦਾ ਹੈ ਸਤਮਾਇਆ, ਜਾਂ ਬਹੁਤ ਵੱਡੀ ਜੋ ਮੈਂ ਗੱਲ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੀ ਹਾਂ ਕਿ ਉਹ ਬੱਚਾ ਮੰਦ ਬੁੱਧ ਹੋ ਸਕਦਾ ਜੇ। ਖਿਆਲ ਕਰਿਓ ਕਿ ਪੰਜਾਬੀਆਂ ਦੀ ਕੌਮ, ਜਿਵੇਂ ਮੈਂ ਦੱਸ ਚੁੱਕੀ ਹਾਂ, ਕਿ ਇਹ ਤਾਂ ਜਾਂਬਾਜ਼ ਲੋਕ ਹੋਇਆ ਕਰਦੇ ਨੇ, ਯੋਧੇ ਹੋਇਆ ਕਰਦੇ ਨੇ। ਤਾਂ ਫਿਰ ਜੇ ਇਹਨਾਂ ਦੇ ਵਿੱਚ ਮੰਦ ਬੁੱਧ ਬੱਚੇ ਪੈਦਾ ਹੋਣੇ ਸ਼ੁਰੂ ਹੋ ਗਏ ਤਾਂ ਕੀ ਇਹ ਕੌਮ ਦੇ ਖਾਤਮੇ ਵੱਲ ਜਾਂਦੇ ਕਦਮ ਨਹੀਂ? ਇਹ ਗਿਣਤੀ ਥੋੜੀ ਨਹੀਂ ਜੇ। ਮੈਡਮ, ਇਹ ਤੁਹਾਨੂੰ ਨਹੀਂ ਲੱਗਦਾ ਵੀ ਕਿਸੇ ਤਰੀਕੇ ਨਾਲ ਕੋਈ ਨਸਲਕੁਸ਼ੀ ਜਾਣਬੁੱਝ ਕੇ ਕੀਤੀ ਜਾ ਰਹੀ ਹੈ? ਕਿਉਂਕਿ ਨਸ਼ਾ ਜਿਹੜਾ ਬਾਰਡਰ ਤੋਂ ਸਪਲਾਈ ਹੁੰਦਾ, ਬਾਰਡਰ ਤੇ ਸਾਡੀਆਂ ਜਿਹੜੀਆਂ ਫੌਜਾਂ ਵੀ ਤੈਨਾਤ ਨੇ, ਸਾਡੇ ਇੱਧਰੋਂ ਪੰਜਾਬ ਪੁਲਿਸ ਵੀ ਤੈਨਾਤ ਹੈ, STF ਵੀ ਲੱਗੀ ਹੋਈ ਹੈ, ਸਾਰੇ ਲੱਗੇ ਹੋਏ ਨੇ। ਤੁਹਾਨੂੰ ਨਹੀਂ ਲੱਗਦਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਨਸਲਕੁਸ਼ੀ ਕਰ ਦਿੱਤੀ ਜਾਵੇ ਉਹ ਯੋਧਿਆਂ ਦੀ ਕੌਮ ਜਿਹੜੀ ਪੰਜਾਬੀਆਂ ਦੀ ਕੌਮ ਗਿਣੀ ਜਾਂਦੀ ਹੈ? ਜੀ, ਦਰਅਸਲ ਜਦੋਂ ਵਾੜੀ ਖੇਤ ਨੂੰ ਖਾਣ ਲੱਗ ਜਾਏ, ਖਿਮਾ ਕਰਿਓ, ਕਿਉਂਕਿ ਹੁਣ ਅਖਬਾਰਾਂ, ਤੁਸੀਂ ਮੀਡੀਆ ਦੇ ਵਿੱਚੋਂ ਤੁਹਾਨੂੰ ਵੀ ਪਤਾ ਹੈ ਕਿ ਜਿੱਥੇ ਸਿਆਸਤਦਾਨ ਵੀ ਇਨਵੋਲਵਡ ਹੋਣ, ਜਿੱਥੇ ਪੁਲਿਸ ਦੇ ਵੀ ਬੰਦੇ ਵਿੱਚ ਇਨਵੋਲਵਡ ਹੋਣ, ਜਿੱਥੇ ਯਾਨੀ ਹਰ ਬੰਦਾ ਵਿੱਚ ਇਸ ਦੇ ਵਿੱਚ ਸ਼ਾਮਲ ਹੋਵੇ ਅਜਿਹੀ ਚੀਜ਼ ਦੇ ਵਿੱਚ, ਤਾਂ ਉਹ ਕਿਸ ਤਰੀਕੇ ਰੋਕਣ ਵਾਲੇ ਪਾਸੇ ਧਿਆਨ ਦੇਣਗੇ। ਪਰ ਕਿਸੇ ਕੌਮ ਨੂੰ ਖਤਮ ਕਰਨ ਲਈ ਦੋ ਵੱਡੀਆਂ ਗੱਲਾਂ ਹੁੰਦੀਆਂ ਜੇ। ਪਹਿਲੀ ਚੀਜ਼, ਇਤਿਹਾਸ ਗਾਇਬ ਕਰ ਦਿਓ। ਮਾਣ ਮੱਤਾ ਇਤਿਹਾਸ ਜਿਸ 'ਤੇ ਉਹਨਾਂ ਦੀ ਅਣਖ ਜਾਗਦੀ ਹੋਵੇ, ਜੇ ਗਾਇਬ ਹੋ ਜਾਏ ਤਾਂ ਉਹ ਕੌਮ ਖਤਮ ਹੋ ਜਾਂਦੀ ਜੇ। ਬਿਲਕੁਲ ਇਸੇ ਤਰ੍ਹਾਂ ਜਿਹੜੀ ਗਿਣੀ ਮਿੱਥੀ ਸਾਜ਼ਿਸ਼ ਉਹ ਇਹੋ ਹੁੰਦੀ ਜੇ ਕਿ ਇਸ ਕੌਮ ਦੀਆਂ ਔਰਤਾਂ ਮੁਕਾ ਦਿੱਤੀਆਂ ਜਾਣ। ਚੇਤੇ ਕਰਿਓ 300 ਔਰਤਾਂ ਜਦੋਂ ਮੀਰ ਮੰਨੂ ਦੀ ਜੇਲ੍ਹ ਵਿੱਚ ਸਨ, ਕਿਉਂ ਲੈ ਕੇ ਗਿਆ ਸੀ? ਕਾਰਨ ਇਹੋ ਸੀ, ਉਹਨੂੰ ਪਤਾ ਸੀ ਕਿ ਜੇ ਔਰਤਾਂ ਖਤਮ ਹੋ ਗਈਆਂ ਇਹ ਕੌਮ ਖਤਮ ਹੋ ਜਾਣੀ ਹੈ। ਬਿਲਕੁਲ ਇਹੀ ਕਾਰਨ ਜੇ। ਬਿਲਕੁਲ। ਤੇ ਹੁਣ ਇਹ ਜਿਹੜੀ ਵੀ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸਾਡਾ ਇਤਿਹਾਸ ਗਾਇਬ ਹੋ ਗਿਆ, ਜਿਹਦੇ ਵਿੱਚ ਅੱਜ ਵੀ ਔਰੰਗਜ਼ੇਬ ਦੀ ਬੱਲੇ ਬੱਲੇ ਕਰਾ ਰਹੇ ਹਾਂ, ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਬੀਬੀਆਂ ਜਿਨ੍ਹਾਂ ਨੇ ਕਮਾਲ ਦੀ ਬਹਾਦਰੀ ਦਿਖਾਈ, ਜਿਸ ਵਿੱਚ ਜਾਣ ਬੁੱਝ ਕੇ ਸਿਰਫ ਗਿਣਤੀ ਦੀਆਂ 4 ਜਾਂ 5 ਔਰਤਾਂ ਅਗਾਂਹ ਲਿਆਉਂਦੇ ਹਾਂ, ਜਿਨ੍ਹਾਂ ਵਿੱਚ ਅਸੀਂ ਭੁਲਾ ਹੀ ਦਿੱਤਾ ਕਿ ਚਮਕੌਰ ਦੀ ਜੰਗ ਵਰਗੀ ਜਿਹੜੀ ਜੰਗ ਦੇ ਵਿੱਚ ਔਰਤ ਦਾ ਜ਼ਿਕਰ ਹੀ ਨਹੀਂ, ਜਿਹੜੀ ਕਿ ਉਸ ਥਾਂ 'ਤੇ ਮੁਗਲ ਇਤਿਹਾਸ ਵਿੱਚ ਜ਼ਿਕਰ ਮਿਲਦਾ ਜੇ ਕਿ ਬੀਬੀ ਦਲੇਰ ਕੌਰ ਕਿਸ ਬਹਾਦਰੀ ਨਾਲ ਕਿਲੇ ਦੇ ਅੰਦਰੋਂ ਲੜੀ ਸੀ। ਸਾਡੀ ਇਹ ਇਤਿਹਾਸ ਹੀ ਮਨਫੀ ਕਰ ਦਿੱਤਾ। ਬਿਲਕੁਲ ਇਸੇ ਤਰ੍ਹਾਂ 300 ਔਰਤਾਂ ਦੇ ਨਾਂ ਗਾਇਬ ਕਰ ਦਿੱਤੇ ਗਏ। ਇਹਨਾਂ ਦੇ ਪਿੱਛੇ ਕੀ ਸੀ ਸੋਚ? ਮੈਂ ਦੱਸਣਾ ਚਾਹੁੰਦੀ ਹਾਂ ਕਿ ਜੇ ਸਾਡੀ ਹਰ ਬੱਚੀ
ਇਹੀ ਸੋਚ ਨਾਲ ਤਿਆਰ ਹੁੰਦੀ ਕਿ ਮੇਰੇ ਅੰਦਰ ਉਹ ਸਾਰਾ ਕੁਝ ਹੈ, ਜਿਹੜੀਆਂ ਗੁਰਦੁਆਰਾ ਸੰਭਾਲ ਮੋਰਚਿਆਂ ਵਿੱਚ ਵੀ ਛਾਤੀ ਤੇ ਗੋਲੀਆਂ ਖਾਧੀਆਂ, ਜਿਨ੍ਹਾਂ ਨੇ ਜੰਗਾਂ ਵੀ ਜਿੱਤੀਆਂ ਤੇ ਜਿਨ੍ਹਾਂ ਨੇ ਮੁਗਲਾਂ ਦੇ ਦੰਦ ਵੀ ਖੱਟੇ ਕੀਤੇ, ਦਿਖਾਉਣ ਲਈ ਕਿ ਨਾ ਸਿਰਫ ਜੰਗਾਂ ਵਿੱਚ ਬਲਕਿ ਇਕੱਲੀ ਤੌਰ ਤੇ ਜੋ ਗੁੱਟ ਔਰਤਾਂ ਹੋਰਾਂ ਨੂੰ ਚੁੱਕਦੇ ਸੀ, ਬਚਾਉਣ ਲਈ ਵੀ ਔਰਤਾਂ ਹੀ ਅਗਾਂਹ ਆਈਆਂ ਸੀ। ਇਹਦਾ ਮਕਸਦ ਸੀ ਉਸ ਸਮੇਂ ਦਾ ਲਤਾੜੇ ਹੋਏ ਲੋਕਾਂ ਵਿੱਚ ਇੱਕ ਰੂਹ ਫੂਕਣੀ, ਜੋ ਪਹਿਲੇ ਗੁਰੂ ਨਾਨਕ ਤੋਂ 10ਵੇਂ ਗੁਰੂ ਨਾਨਕ ਤੱਕ ਉਹੀ ਸੋਚ ਤੁਰੀ ਕਿ ਔਰਤਾਂ ਅੰਦਰਲੀ ਹਿੰਮਤ ਜਾਗਰਤ ਕਰੀਏ ਤਾਂ ਹੀ ਇਸ ਕੌਮ ਵਿੱਚ ਯੋਧੇ ਪੈਦਾ ਹੋਣਗੇ, ਸ਼ੇਰ ਪੈਦਾ ਹੋਣਗੇ। ਪਰ ਅਫਸੋਸ ਅਸੀਂ ਉਹ ਪੱਖ ਗਾਇਬ ਕਰ ਦਿੱਤਾ, ਜਿੰਨੀਆਂ ਵਿਰਾਂਗਣਾ ਸਨ ਇਤਿਹਾਸ ਵਿੱਚੋਂ ਅਸੀਂ ਖਤਮ ਹੀ ਕਰ ਦਿੱਤੀਆਂ। ਸੋ ਉਹ ਵਿਰਾਂਗਣਾ ਵਾਲਾ ਇਤਿਹਾਸ ਜੇ ਸਾਡੀਆਂ ਬੱਚੀਆਂ ਤੱਕ ਨਾ ਪਹੁੰਚਿਆ, ਇਹਨਾਂ ਕੋਲ ਕੋਈ ਰਾਹ ਬਚਣਾ ਹੀ ਨਹੀਂ ਕਿ ਔਰਤ ਸਿਰਫ ਸਰੀਰਕ ਸ਼ੋਸ਼ਣ ਲਈ ਤਿਆਰ ਹੈ ਜਾਂ ਇਹ ਸਿਰਫ ਇੱਕ ਸ਼ੈ ਹੈ ਵਰਤਣ ਵਾਲੀ, ਤੇ ਇਹਦੇ ਕੋਲ ਕੰਮ ਹੈ ਸਿਰਫ ਕੱਪੜੇ ਧੋਣੇ, ਰੋਟੀ ਬਣਾਉਣੀ ਤੇ ਘਰ ਤੱਕ ਸੀਮਤ ਹੋ ਜਾਣਾ। ਇਹ ਸੋਚ ਸਾਡੀਆਂ ਪੰਜਾਬਣਾਂ ਦੇ ਅੰਦਰ ਕਦੇ ਵੀ ਨਹੀਂ ਸੀ। ਅਸੀਂ ਹਾਂ ਇਹਨੂੰ ਲਿਆਉਣ ਵਾਲੇ, ਪਰ ਇਹ ਕਿਉਂ ਸਹਿ ਰਹੇ ਹਾਂ ਤੇ ਕਿਉਂ ਨਹੀਂ ਅਸੀਂ ਜਾਗਦੇ ਇਸ ਗਿਣੀ ਮਿੱਥੀ ਸਾਜ਼ਿਸ਼ 'ਚੋਂ? ਅਸੀਂ ਆਵਾਜ਼ ਨਾ ਅੱਜ ਚੁੱਕੀ, ਸੱਚ ਜਾਣਿਓ ਪੰਜਾਬ ਸਿਰਫ ਇੱਕ ਸੱਥਰ ਬਣ ਕੇ ਰਹਿ ਜਾਣਾ ਜੇ। ਤੇ ਜੇ ਨਹੀਂ ਚਾਹੁੰਦੇ ਅਸੀਂ ਪੰਜਾਬ ਨੂੰ ਇਸ ਹਾਲ 'ਤੇ ਲਿਜਾਉਣਾ, ਤਾਂ ਫਿਰ ਲੋੜ ਹੈ ਅੱਜ ਦੇ ਸਮੇਂ ਸਾਨੂੰ ਜਾਗਣ ਦੀ। ਜਿਹਨੂੰ ਰੱਤੀ ਮਾਸਾ ਵੀ ਕੋਈ ਲੱਗੇ ਕਿ ਇਹਦੇ ਵਿੱਚ ਕੋਈ ਉਹਨੂੰ ਸ਼ੱਕ ਦੀ ਗੁੰਜਾਇਸ਼ ਹੈ, ਜਾ ਕੇ ਵੇਖੋ ਅੰਮ੍ਰਿਤਸਰ ਮਕਬੂਲਪੁਰੇ ਵਿੱਚ ਦਿਸੇਗਾ ਤੁਹਾਨੂੰ ਸਿਰਫ ਚਿੱਟੀਆਂ ਚੁੰਨੀਆਂ ਉੱਥੇ, ਤੇ ਉਹ ਦੱਸਦੀਆਂ ਨੇ ਪੰਜਾਬ ਦੀ ਆਉਣ ਵਾਲੀ ਤਸਵੀਰ। ਜੇ ਅੱਜ ਸਾਡੇ ਨੌਜਵਾਨ ਗੱਭਰੂ ਨਾਲੀਆਂ ਵਿੱਚ ਮੁੱਦੇ ਪਏ ਨੇ ਤੇ ਜਿਹੜੇ ਰੱਤੀ ਮਾਸਾ ਕੰਮ ਕਰਨ ਯੋਗ ਨੇ, ਉਹ ਫਸਲਾਂ ਵੇਚ, ਖੇਤ ਨੂੰ ਵੇਚ ਕੇ ਬਾਹਰ ਦੌੜਦੇ ਫਿਰਦੇ ਨੇ ਕਿ ਉੱਥੇ ਜਾ ਕੇ ਉਹ ਕੋਈ ਵੀ ਨੀਵੇਂ ਤੋਂ ਨੀਵਾਂ ਕੰਮ ਕਰਨ ਨੂੰ ਤਿਆਰ ਹੈ, ਭਾਵੇਂ ਮੋਰਚਰੀ ਦੇ ਵਿੱਚ ਰਾਤ ਹੀ ਕਿਉਂ ਨਾ ਗੁਜ਼ਾਰਨੀ ਪਵੇ, ਪੋਚੇ ਲਾਣੇ ਪੈਣ, ਗੱਤੇ ਬਣਾਉਣੇ ਪੈਣ, ਸਭ ਕੁਝ ਕਰਨ ਨੂੰ ਤਿਆਰ ਨੇ। ਆਖਰ ਕਿਉਂ ਨਹੀਂ ਪੰਜਾਬ ਦੇ ਵਿੱਚ IAS ਬਣੋ, IPS ਬਣੋ, ਅਫਸਰ ਲੱਗੋ, ਕਾਨੂੰਨ ਬਦਲੋ? ਕਿਉਂ ਨਹੀਂ ਅਸੀਂ ਇਸ ਪਾਸੇ ਵੱਲ ਧਿਆਨ ਦੇ ਰਹੇ ਕਿ ਸਾਡੇ ਨੌਜਵਾਨ ਜੇ ਸਾਰੇ ਤੁਰ ਗਏ, ਸੱਚ ਜਾਣਿਓ ਪੰਜਾਬ ਮੋਇੰਜੋ ਦੜੋ ਵਿੱਚ ਤਬਦੀਲ ਹੋ ਜਾਣਾ ਜੇ। ਉਦੋਂ ਇੱਥੇ ਕੱਖ ਵੀ ਨਹੀਂ ਰਹਿਣਾ। ਤੇ ਜੇ ਪੰਜਾਬੀਆਂ ਦਾ ਇਤਿਹਾਸ ਗੁੰਮ ਗਿਆ, ਜੇ ਧੀਆਂ ਇਸੇ ਤਰ੍ਹਾਂ ਨਸ਼ਿਆਂ ਵਿੱਚ ਗਰਕਦੀਆਂ ਰਹੀਆਂ, ਤਾਂ ਇਹ ਸੱਚਮੁੱਚ ਪੰਜਾਬ ਦਾ ਅੰਤ ਜਾਂ ਐਕਸਪਾਇਰੀ ਡੇਟ ਦੀ ਸਾਨੂੰ ਸਪਸ਼ਟ ਰੂਪ ਵਿੱਚ ਨਜ਼ਰ ਆ ਰਹੀ। ਮੈਡਮ ਅਖੀਰ ਵਿੱਚ ਇੱਕ ਤਾਂ ਇਹ ਗੱਲ ਹੈ ਕਿ ਜਿਹੜੇ ਅਸ਼ਲੀਲ ਗੀਤ ਨੇ, ਸੰਤ ਰਾਮ ਉਦਾਸੀ ਕਹਿੰਦੇ ਹੁੰਦੇ ਸੀ ਕਿ ਦੋ ਤਰ੍ਹਾਂ ਦਾ ਸਾਹਿਤ ਹੁੰਦਾ, ਕਿ ਇੱਕ ਅਸ਼ਲੀਲ ਗੀਤਾਂ ਦੇ ਨਾਲ ਪਰੋਇਆ ਹੋਇਆ ਤੇ ਦੂਜਾ ਜਿਹੜਾ ਆ ਉਹ ਯੋਧਿਆਂ ਦਾ, ਕਵੀਆਂ ਦਾ, ਜਿਹਦੀ ਤੁਸੀਂ ਗੱਲ ਕਰ ਚੁੱਕੇ ਹੋ। ਦੂਜੀ ਗੱਲ ਇਹ ਕਿ ਕਾਰਨ ਕੀ ਹੈ? ਕਈ ਵਾਰ ਇਹ ਵੀ ਤਰਕ ਦੇ ਦਿੱਤਾ ਜਾਂਦਾ ਕਿ ਸ਼ਾਇਦ ਡਿਪਰੈਸ਼ਨ ਵਿੱਚ ਨੇ ਕੁੜੀਆਂ, ਇਕੱਲੀਆਂ ਰਹਿੰਦੀਆਂ, ਪਰਿਵਾਰ ਉਹਨਾਂ ਨੂੰ ਹੋਸਟਲਾਂ 'ਚ ਛੱਡ ਦਿੰਦਾ। ਕੀ ਕਾਰਨ ਹੈ ਤੇ ਇਹਦਾ ਹੱਲ ਕੀ ਹੋ ਸਕਦਾ? ਜੀ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਲੱਚਰ ਗੀਤ ਸੰਗੀਤ ਜਾਂ ਲੱਚਰ ਤਾਂ ਪਰੋਸਦੇ ਸਾਡੇ ਬਹੁਤ ਸਾਰੇ ਜੋ ਮੀਡੀਆ ਦੇ ਵੀ ਵਿੱਚ ਇਸ ਵੇਲੇ ਹਨ, ਉਹ ਇੱਕ ਵੱਡਾ ਕਾਰਨ ਬਣਦੇ ਜਾਂਦੇ ਨੇ, ਜਿਹੜੇ ਔਰਤ ਨੂੰ ਇੱਕ ਵਰਤਣ ਵਾਲੀ ਸ਼ੈ ਤੱਕ ਸੀਮਤ ਕਰ ਰਹੇ ਨੇ ਉਹਦੇ ਜਿਸਮਾਂ ਦੀ ਨੁਮਾਇਸ਼ ਦੇ ਨਾਲ। ਤੇ ਇਹ ਪਰੰਪਰਾਵਾਂ ਜਾਂ ਰਿਵਾਜ਼ ਬਣਾ ਦਿੱਤੇ ਗਏ ਕਿ ਔਰਤ ਦਾ ਜਿਸਮ ਦੀ ਨੁਮਾਇਸ਼ ਕਰਨ ਲਈ ਉਹਦਾ ਇਹੀ ਸਿਰਫ ਹੋਣਾ ਚਾਹੀਦਾ ਕਿ ਇਸ ਤਰੀਕੇ ਦੇ ਉਹਨੂੰ ਕੱਪੜੇ ਪਹਿਣੇ ਚਾਹੀਦੇ ਨੇ ਤੇ ਇਸ ਤਰੀਕੇ ਦਾ ਨਾਪ ਸਰੀਰ ਦਾ ਹੋਣਾ ਚਾਹੀਦਾ। ਉਹਦੇ ਉੱਤੇ ਫਿਰ ਨਚਾਉਣ ਲਈ ਵੀ ਔਰਤਾਂ ਹੀ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਕਿ ਬੱਚੀਆਂ ਹੀ ਉਹਦੇ ਤੇ ਥਿਰਕਣ। ਯਾਨੀ ਆਪਣੇ ਆਪ ਨੂੰ ਨੀਵਾਂ ਵਿਖਾਉਣ ਲਈ ਜਦੋਂ ਅਸੀਂ ਔਰਤ ਤਿਆਰ ਕਰ ਦਿੰਦੇ ਹਾਂ, ਉਹ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੀ ਹੋਂਦ ਖਤਮ ਕਰ ਰਹੇ ਹਾਂ। ਸਿਰਫ ਇੱਕ ਇਹ ਸ਼ੈ ਵਰਤਣ ਵਾਲੀ ਬਣਾ ਕੇ ਜੋ ਪੇਸ਼ ਕਰਨ ਦਾ ਮਕਸਦ ਜੋ ਸੀ, ਉਹਦੇ ਪਿੱਛੇ ਇਹ ਸੀ ਕਿ ਔਰਤ ਸੌਖੀ ਸ਼ਿਕਾਰ ਬਣ ਸਕੇ। ਤੇ ਸਾਡੇ ਸਾਹਮਣੇ ਹੈ, ਹਰ ਗਲੀ ਮੁਹੱਲੇ ਦੇ ਵਿੱਚ ਕੋਨੇ ਤੇ ਕੋਈ ਨਾ ਕੋਈ ਬਗਿਆੜ ਅਜਿਹੀ ਬੱਚੀ ਨੂੰ ਚੱਬਣ ਨੂੰ ਤਿਆਰ ਬੈਠਾ ਜੇ। ਰੋਜ਼ ਸਾਨੂੰ ਖਬਰਾਂ ਮਿਲ ਰਹੀਆਂ ਨੇ। ਤੇ ਦੂਜੀ ਗੱਲ ਜੋ ਔਰਤਾਂ ਇਸ ਵੇਲੇ ਸਮਝ ਰਹੀਆਂ ਨੇ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਉਹ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਅਹਿਮ ਨੁਕਤਾ ਜੇ ਕਿ ਬੱਚੀਆਂ ਆਪਣੀ ਆਜ਼ਾਦੀ ਨੂੰ, ਜਾਂ ਤੁਸੀਂ ਸਮਝਦੇ ਹੋ ਕਿ ਮੈਂ ਡਿਪਰੈਸ਼ਨ ਦੀ ਸ਼ਿਕਾਰ ਹੋ ਰਹੀ ਹਾਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਬਹੁਤੀ ਵਾਰ ਸਿਰਫ ਇਸ ਚੀਜ਼ ਲਈ ਪੀਅਰ ਪ੍ਰੈਸ਼ਰ ਕਿ ਮੇਰੇ ਨਾਲ ਦੀਆਂ ਇਹ ਲੈ ਰਹੀਆਂ ਨੇ, ਮੈਂ ਇੱਕ ਵਾਰ ਟਰਾਈ ਤਾਂ ਕਰਕੇ ਵੇਖਾਂ ਕਿ ਮੈਨੂੰ ਕਿਉਂ ਉਹਨਾਂ ਨੇ ਕਹਿ ਦਿੱਤਾ ਇਹ ਪੇਂਡੂ ਹੈ ਜਾਂ ਪਿਛਾਂਹ ਖਿੱਚੂ ਹੈ। ਮੈਂ ਆਪਣੇ ਆਪ ਨੂੰ ਇਹਨਾਂ ਦੇ ਬਰਾਬਰ ਦਿਖਾਉਣ ਲਈ ਇੱਕ ਵਾਰ ਲੈਣਾ ਚਾਹੁੰਦੀ ਹਾਂ, ਪਰ ਉਹ ਇੱਕ ਵਾਰ ਦਾ ਮਤਲਬ ਜੇ ਪਹਿਲਾ ਪੈਰ ਦਲਦਲ ਵਿੱਚ, ਉਸ ਤੋਂ ਬਾਅਦ ਪਿਛਾਂਹ ਮੁੜਨ ਦਾ ਕੋਈ ਰਾਹ ਨਹੀਂ। ਤੁਸੀਂ ਸਿਰਫ ਅੰਦਰ ਹੀ ਤੱਕੀ ਜਾਣਾ ਤੇ ਖ਼ਤਮ ਹੋ ਜਾਣਾ। ਇਸ ਤਰ੍ਹਾਂ ਦਾ ਜ਼ਿੰਦਗੀ ਦਾ ਕੋਈ ਮਕਸਦ ਨਹੀਂ। ਪੰਜਾਬੀਆਂ ਨੂੰ ਸਿਰਫ ਇੱਕੋ ਹੀ ਵਾਰ ਮਿਲਿਆ ਸੀ, ਅਣਖ ਨਾਲ ਜਿਉਣਾ,
ਤੇ ਅਣਖ ਨਾਲ ਮਰਨਾ। ਅਤ ਹੀ ਰਣ ਮੇ ਮੈਂ ਜੂਝ ਮਰੋ। ਅਸੀਂ ਇਸ ਤਰ੍ਹਾਂ ਅੱਡੀਆਂ ਰਗੜ ਕੇ ਹੈਪੇਟਾਈਟਸ ਸੀ ਲੈ ਕੇ, ਹੈਪੇਟਾਈਟਸ ਬੀ ਲੈ ਕੇ ਜਾਂ ਏਡਜ਼ ਲੈ ਕੇ ਮਰਨ ਲਈ ਨਹੀਂ ਸਾਂ ਬਣੇ ਹੋਏ। ਅਸੀਂ ਸਾਂ ਰਣ ਦੇ ਵਿੱਚ ਜੂਝ ਕੇ ਮਰਨ ਵਾਲੇ। ਸੋ ਉਹੀ ਸਾਡੇ ਅੰਦਰਲੀ ਅਣਖ ਜੇ ਬਰਕਰਾਰ ਰੱਖਣੀ ਤਾਂ ਜ਼ਿੰਮੇਵਾਰੀ ਧੀਆਂ 'ਤੇ ਬਹੁਤ ਵੱਡੀ ਜੇ। ਉਹਨਾਂ ਧੀਆਂ ਦੇ ਵਿੱਚੋਂ ਹੀ ਨਿਕਲਣੀ ਜੇ ਅੱਜ ਦੀ ਸਾਡੀ ਮਾਈ ਭਾਗੋ। ਅਤੇ ਉਸੇ ਨੇ ਇੱਕ ਕੌਮ ਦੀ ਜ਼ਿੰਮੇਵਾਰੀ ਚੁੱਕਣੀ ਹੈ ਅਗਾਂਹ ਤੋਰਨ ਦੀ। ਇਸ ਕਰਕੇ ਹਰ ਮਾਂ ਨੂੰ, ਹਰ ਪਿਓ ਨੂੰ ਇਹ ਜ਼ਰੂਰੀ ਜੇ ਆਪਣੇ ਪੁੱਤਰ ਨੂੰ ਅਤੇ ਧੀ ਦੋਵਾਂ ਨੂੰ ਬਰਾਬਰ ਦੀ ਨਸੀਹਤ ਦਿਓ, ਤਾਂ ਕਿ ਪੁੱਤਰ ਵੀ ਨਸ਼ਿਆਂ ਵੱਲ ਨਾ ਪਵੇ ਅਤੇ ਧੀ ਵੀ ਨਾ ਜਾਵੇ। ਪਰ ਉਹਨਾਂ ਨਾਲ ਇੱਕ ਦੋਸਤੀ ਦਾ ਰਿਸ਼ਤਾ ਗੰਢੋ, ਨਾ ਕਿ ਉਹਨਾਂ ਨੂੰ ਤਾੜ ਕੇ ਰੱਖੋ ਕਿ ਉਹ ਜਦੋਂ ਵੀ ਸੋਚਣ ਮਾਂ ਪਿਓ ਦੀ ਹੱਦ ਤੋਂ ਬਾਹਰ ਨਿਕਲੀਆਂ, ਅਸੀਂ ਆਜ਼ਾਦ ਹਾਂ ਅਤੇ ਹਰ ਉਹ ਚੀਜ਼ ਕਰਾਂਗੀਆਂ ਜਿਸ ਤੋਂ ਰੋਕਿਆ ਗਿਆ ਸੀ। ਇਹ ਸਿਰਫ ਤਾਂ ਹੀ ਰੁਕੇਗਾ ਜੇ ਅਸੀਂ ਆਪਣੇ ਬੱਚਿਆਂ ਨਾਲ ਇੱਕ ਦੋਸਤੀ ਦਾ ਰਿਸ਼ਤਾ ਗੰਢਾਂਗੇ, ਉਹਨਾਂ ਦੀਆਂ ਗੁੰਝਲਾਂ ਸੁਲਝਾਵਾਂਗੇ, ਘਰੋਂ ਬਾਹਰ ਪਿਆਰ ਨਾ ਲੱਭਣ ਜਾਣ, ਮਾਪਿਆਂ ਤੋਂ ਉਹ ਰੱਜਵਾਂ ਪਿਆਰ ਮਿਲੇਗਾ ਤਾਂ ਬੱਚੇ ਯਕੀਨਨ ਸਹੀ ਸੇਧ ਲੈ ਸਕਣਗੇ। ਜੀ ਮੈਡਮ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਡਾਕਟਰ ਹਰਸ਼ਿੰਦਰ ਕੌਰ, ਬੜੇ ਹੀ ਗੰਭੀਰ ਮਸਲੇ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਕੁੜੀਆਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਰੱਖ ਸਕਦੇ ਹੋ। ਸਾਨੂੰ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।